ਪਹਿਲਾਂ ਪੁਰਾਣੇ ਵੈਦ ਨਬਜ਼ ਦੇਖ ਕੇ ਸਾਰੀ ਤਸੀਰ ਬਾਰੇ ਰੋਗਾਂ ਬਾਰੇ ਸਾਰੀ ਜਾਣਕਾਰੀ ਦੇ ਦਿੰਦੇ ਸੀ। ਬਹੁਤ ਸਟੀਕ ਦੱਸ ਦਿੰਦੇ ਸੀ। ਕੁਝ ਵੈਦ ਤੇ ਇਹ ਵੀ ਦੱਸ ਦਿੰਦੇ ਸੀ ਤੁਸੀਂ ਕੀ ਖਾਦਾ ਸੁਬਾ। ਸਰਵਾਈਕਲ ਹੋਣ ਦੇ ਕੀ ਕਾਰਨ ਨੇ? ਜਿਨ੍ਹਾਂ ਦਾ ਲੈਪਟਾਪ ਜਾਂ ਕੰਪਿਊਟਰ ਤੇ ਜ਼ਿਆਦਾ ਕੰਮ ਹੈ, ਸਿਟਿੰਗ ਜ਼ਿਆਦਾ, ਵਾਏ ਦਾ ਲੈਵਲ ਵਧੇਗਾ ਤੇ ਸਰਵਾਈਕਲ ਜ਼ਿਆਦਾ ਤੰਗ ਕਰਦੀ। ਵਾਏ ਦਾ ਲੈਵਲ ਵਧਾਉਂਦੀਆਂ ਚੀਜ਼ਾਂ ਜਿਵੇਂ ਚਾਵਲ, ਰਾਜਮਾ, ਮਾਂ ਦੀ ਦਾਲ, ਮਟਰ, ਆਲੂ, ਗੋਭੀ, ਕੜੀ, ਲੱਸੀ, ਇਹ ਚੀਜ਼ਾਂ ਦਾ ਥੋੜਾ ਸੇਵਨ ਘੱਟ ਕਰਨਾ ਚਾਹੀਦਾ। ਟ੍ਰੀਟਮੈਂਟ ਕੀ ਸਿਰਫ ਐਕਸਰਸਾਈਜ਼ਸ ਹੀ ਹੈ? ਜੇ ਜ਼ਿਆਦਾ ਸਮੱਸਿਆ ਆਵੇ, ਚੱਕਰ ਵੀ ਆਣ, ਉਲਟੀ ਆਉਣ ਦਾ ਮਨ ਹੋਵੇ ਬਹੁਤ, ਫਿਰ ਥੋੜੀ ਜਿਹੀ ਮੈਡੀਸਨ ਵੀ ਨਾਲ ਖਾਣ ਨੂੰ ਕਈ ਵਾਰ ਦੇਣੀ ਪੈਂਦੀ ਹੈ, ਫਿਰ ਪ੍ਰੋਬਲਮ ਹੋ ਜਾਂਦੀ ਹੈ ਬਿਲਕੁਲ ਠੀਕ। ਸੋ ਹੱਥ ਪੈਰ ਕਿਉਂ ਜਿਹੜਾ ਹੈ ਜਲਦੀ ਸੌਣ ਲੱਗ ਜਾਂਦੇ ਨੇ? ਕਈ ਵਾਰ B12 ਜਾਂ ਵਿਟਾਮਿਨ ਮਿਨਰਲਸ ਕੁਝ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਬਾਡੀ 'ਚ ਨਰਵਸ ਨੂੰ ਸਪਲਾਈ ਦਿੰਦੇ ਆ, ਨਰਵਸ ਦੀ ਪ੍ਰੋਪਰ ਫੰਕਸ਼ਨਿੰਗ ਕਰਦੇ ਆ, ਉਹਨਾਂ ਦੀ ਕੁਝ ਕਮੀ ਆ ਜਾਂਦੀ ਹੈ। ਸੋ ਜੁਆਇੰਟ ਪੇਨ ਜਿਹੜੀ ਹੈਗੀ ਆ ਉਹ ਮਾਮੂਲੀ ਘਰ ਦੇ ਵਿੱਚ ਬਜ਼ੁਰਗਾਂ ਨੂੰ ਤੋਂ ਸੁਣ ਲਈ ਜਾਂਦੀ ਆ। 올ਡ ਏਜ ਵਿੱਚ ਤੇ ਆਸਟੀਓਆਰਥਰਾਈਟਿਸ, ਹੱਡੀਆਂ ਕਮਜ਼ੋਰ ਹੋਣ ਕਰਕੇ, ਵੀਅਰ ਟੀਅਰ ਬਾਰ-ਬਾਰ ਘਿਸ ਹੋਣ ਕਰਕੇ ਜੁਆਇੰਟਸ ਤੇ ਕਾਰਟਿਲੇਜ ਘਿਸ ਜਾਂਦਾ, ਅੰਦਰ ਸੋਜਿਸ਼, ਇਨਫਲੇਮੇਸ਼ਨ ਹੋ ਜਾਂਦੀ ਹੈ। ਕੋਈ ਵਿਗ ਲਾਉਂਦਾ ਹੈ, ਕੋਈ ਪਰਮਾਨੈਂਟ ਲਗਵਾਉਂਦਾ ਹੈ। ਸੋ ਹੇਅਰ ਲਾਸ ਦੇ ਕੀ ਕਾਰਨ ਨੇ? ਸਵਾਦ ਵਾਲੀ ਚੀਜ਼ਾਂ ਜ਼ਿਆਦਾ ਖਾ ਰਹੇ ਆ ਪਰ ਨਿਊਟ੍ਰੀਸ਼ਨ ਲੈਕਿੰਗ ਹੈ, ਮਤਲਬ ਜੋ ਪ੍ਰੋਟੀਨ ਜਾਂ ਮਿਨਰਲ ਵਿਟਾਮਿਨ ਚਾਹੀਦੇ ਫੂਡ ਵਿੱਚ ਉਹ ਅਵੇਲੇਬਲ ਨਹੀਂ ਹੈ ਜਾਂ ਪੂਰੇ ਨਹੀਂ ਹੋ ਪਾ ਰਹੇ ਡਾਈਟ 'ਚ, ਇਸ ਕਰਕੇ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਕਰਕੇ ਵੀ ਹੇਅਰ ਲਾਸ ਹੋ ਜਾਂਦਾ। ਭਾਰ ਵਧਣ ਦੇ ਨਾਲ ਕਿਹੜੀਆਂ ਹੋਰ ਦਿੱਕਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ, ਜਿਹੜਾ ਉਹਨਾਂ ਨੂੰ ਡਾਕਟਰ ਕੋਲ ਜਾਣਾ ਪੈ ਸਕਦਾ? ਅੱਗੇ ਚੱਲ ਕੇ ਪ੍ਰੋਬਲਮਸ ਵੱਧਦੀਆਂ ਜਾਂਦੀਆਂ। ਬੈਟਰ ਹੈ ਅਸੀਂ ਭਾਰ ਆਪਣਾ ਹਾਈਟ ਦੇ ਹਿਸਾਬ ਨਾਲ, ਬੋਡੀ ਮਾਸ ਇੰਡੈਕਸ ਬਿਲਕੁਲ ਮੇਨਟੇਨ ਰੱਖੀਏ। ਸਤਿ ਸ਼੍ਰੀ ਅਕਾਲ। ਟੀਵੀ ਪੰਜਾਬ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਅਮਨਦੀਪ ਸਵਾਗਤ ਕਰਦੀ ਹਾਂ। ਸੋ ਦੋਸਤੋ, ਤੁਸੀਂ ਬਹੁਤ ਵਾਰੀ ਦੇਖਿਆ ਹੋਣਾ ਕਿ ਸਰੀਰਕ ਪੀੜਾਂ ਜਾਂ ਸਰੀਰਕ ਦਰਦਾਂ ਬਹੁਤ ਤਰ੍ਹਾਂ ਦੀਆਂ ਹੁੰਦੀਆਂ। ਤੁਸੀਂ ਇਹ ਵੀ ਸੁਣਿਆ ਹੋਣਾ ਕਿ ਕਈ ਵਾਰ ਡਾਕਟਰ ਨਬਜ਼ ਦੇਖ ਕੇ ਤੁਹਾਡੀ ਪਰੇਸ਼ਾਨੀ ਦੱਸ ਦਿੰਦੇ ਨੇ। ਸੋ ਇਹ ਸਾਰੀ तमाम ਜਾਣਕਾਰੀ ਸਾਡੇ ਨਾਲ ਅੱਜ ਸਾਂਝੀ ਕਰਨਗੇ ਆਯੁਰਵੈਦਿਕ ਡਾਕਟਰ ਅਭਿਨਵ ਮਹਿਤਾ। ਬਹੁਤ ਸਵਾਗਤ ਹੈ ਟੀਵੀ ਪੰਜਾਬ ਤੇ। ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਅਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਅਭਿਨਵ ਮਹਿਤਾ, ਜਲੰਧਰ ਤੋਂ। ਜੀ ਅਭਿਨਵ ਮਹਿਤਾ ਜੀ, ਮੈਂ ਡਾਕਟਰ ਸਾਹਿਬ ਪਹਿਲਾਂ ਤਾਂ ਇਹ ਜਿਹੜਾ ਪਲਸ ਡਾਇਗਨੋਸ ਹੈ ਇਹਦੇ ਬਾਰੇ ਜਾਨਣਾ ਚਾਹਾਂਗੀ ਕਿ ਵਾਕਈ ਇੱਕ ਪਲਸ ਨੂੰ ਦੇਖਣ ਤੋਂ ਬਾਅਦ ਬਿਮਾਰੀਆਂ ਦਾ ਪਤਾ ਲੱਗ ਜਾਂਦਾ ਹੈ? ਜੇ ਲੱਗ ਜਾਂਦਾ ਹੈ ਤਾਂ ਕਿਵੇਂ? ਜੀ, ਪਲਸ ਡਾਇਗਨੋਸਿਸ ਆਯੁਰਵੇਦ ਦੀ ਬਹੁਤ ਪੁਰਾਣੀ ਪੱਧਤੀ ਹੈ, 5000 ਸਾਲ ਤੋਂ ਵੀ ਪੁਰਾਣਾ ਸਾਇੰਸ ਹੈ। ਪਹਿਲਾਂ ਪੁਰਾਣੇ ਵੈਦ ਨਬਜ਼ ਦੇਖ ਕੇ ਸਾਰੀ ਤਸੀਰ ਬਾਰੇ ਰੋਗਾਂ ਬਾਰੇ ਸਾਰੀ ਜਾਣਕਾਰੀ ਦੇ ਦਿੰਦੇ ਸੀ। ਬਹੁਤ ਸਟੀਕ ਦੱਸ ਦਿੰਦੇ ਸੀ। ਕੁਝ ਵੈਦ ਤੇ ਇਹ ਵੀ ਦੱਸ ਦਿੰਦੇ ਸੀ ਤੁਸੀਂ ਕੀ ਖਾਦਾ ਸੁਬਾ। ਉਸੇ ਤਰ੍ਹਾਂ ਹੀ ਜਿੱਦਾਂ ਐਵੋਲੂਸ਼ਨ ਹੁੰਦਾ, ਸਾਇੰਸ ਦੇ ਨਾਲ ਮਿਲਦੀ ਹੈ ਚੀਜ਼ਾਂ ਆਯੁਰਵੇਦ, ਤੇ ਬੜੀ ਅੱਛੀ ਆਯੁਰਵੇਦਿਕ ਇੱਕ ਡਿਵਾਈਸ ਰੈਡੀ ਹੋਈ ਹੈ, ਗਵਰਨਮੈਂਟ ਵੱਲੋਂ ਪੇਟੈਂਟ ਹੈ ਔਰ ਬੜੀ ਵਧੀਆ ਰਿਜ਼ਲਟਸ ਆ ਰਹੇ ਹੈ। ਅਸੀਂ ਹੁਣ ਤੱਕ ਬਹੁਤ ਪੇਸ਼ੈਂਟਸ ਦੀ ਪਲਸ ਡਾਇਗਨੋਸਿਸ ਕੀਤੀ ਹੈ, ਬੜੀ ਸਟੀਕ ਰੀਡਿੰਗ ਆਉਂਦੀ ਹੈ। 10 ਪੇਜਾਂ ਦੀ ਪ੍ਰੋਪਰ ਪ੍ਰਿੰਟਡ ਰਿਪੋਰਟ ਜਨਰੇਟ ਹੁੰਦੀ ਹੈ, ਜਿਹਦੇ ਵਿੱਚ ਪੇਸ਼ੈਂਟ ਦੀ ਤਸੀਰ, ਵਾਤ ਪਿੱਤ ਕਫ ਦੀ ਸਥਿਤੀ, ਬ੍ਰੇਨ ਐਕਟੀਵਿਟੀ, ਲੀਵਰ ਐਕਟੀਵਿਟੀ, ਡਾਈਟ ਚਾਰਟ ਬਣ ਜਾਂਦਾ, ਦਿਨਚਰਿਆ ਦੇ ਹਿਸਾਬ ਨਾਲ, ਰਿਤੂਚਰਿਆ ਦੇ ਹਿਸਾਬ ਨਾਲ ਬਹੁਤ ਡਿਟੇਲ ਵਿੱਚ ਜਾਣਕਾਰੀ ਆ ਜਾਂਦੀ ਹੈ। ਉਹਦੇ ਵਿੱਚ ਅਸੀਂ ਦੇਖਦੇ ਹਾਂ, ਨਬਜ਼ ਦੇਖਦੇ ਹੀ ਪਤਾ ਲੱਗ ਜਾਂਦਾ। ਕਈ ਵਾਰ ਪਿੱਤ ਵਧਿਆ ਹੁੰਦਾ, ਪਿੱਤ ਫਾਇਰ ਐਗਰਾਵੇਸ਼ਨ ਹੁੰਦੀ ਹੈ, ਜਿਨ੍ਹਾਂ ਦਾ ਪਿੱਤ ਵੱਧਦਾ ਉਹਨਾਂ ਨੂੰ ਕਈ ਵਾਰ ਪਿੰਪਲਸ, ਹੇਅਰ ਲਾਸ, ਪੇਟ ਨਾਲ ਰਿਲੇਟਡ ਪ੍ਰੋਬਲਮਸ, ਇਸ ਤਰ੍ਹਾਂ ਦੀ ਪ੍ਰੋਬਲਮਸ ਆਉਂਦੀਆਂ। ਕੁਝ ਪੇਸ਼ੈਂਟਸ ਹੈ ਜਿਨ੍ਹਾਂ ਦਾ ਵਾਤ ਵਧਿਆ ਆ ਜਾਂਦਾ, ਵਾਤ ਵਧਣ ਕਰਕੇ ਪੇਨ, ਸਰਵਾਈਕਲ ਪੇਨ, ਬੈਕ ਪੇਨ, ਜੁਆਇੰਟ ਪੇਨਸ, ਇਸ ਤਰ੍ਹਾਂ ਦੀ ਕੰਡੀਸ਼ਨਸ ਆਉਂਦੀਆਂ। ਕਈ ਵਾਰ ਹੱਥ ਪੈਰ ਸੌਣਾ, ਵੀਕਨੈਸ ਬਹੁਤ ਰੇਅਰ ਹੁੰਦਾ। ਕਈ ਵਾਰ ਕਫ ਵੀ ਵੱਧ ਜਾਂਦਾ, ਉਹ ਕਈ ਵਾਰ ਮੌਸਮ ਬਦਲਣ ਕਰਕੇ ਜਿਨ੍ਹਾਂ ਦਾ ਕਫ ਵਧਿਆ ਹੁੰਦਾ ਉਹ ਜ਼ਿਆਦਾ ਕਰਕੇ ਉਹਨਾਂ ਨੂੰ ਡਾਇਬੀਟੀਜ਼ ਆਉਣ ਦੇ ਚਾਂਸ ਹੁੰਦੇ ਆ, ਜਾਂ ਮੋਟਾਪਾ ਆਉਣ ਦੇ ਚਾਂਸ ਹੁੰਦੇ ਆ, ਜਾਂ ਚੈਸਟ ਕੰਜੈਸ਼ਨ ਦਾ ਕਫ ਰਿਲੇਟਡ ਪ੍ਰੋਬਲਮਸ, ਇਸ ਤਰ੍ਹਾਂ ਦੀ ਚੀਜ਼ਾਂ ਆਉਂਦੀਆਂ। ਜੀ ਅੱਛਾ ਡਾਕਟਰ ਸਾਹਿਬ, ਤੁਸੀਂ ਦੱਸਿਆ ਕਿ ਕਿਹੜੀਆਂ ਬਿਮਾਰੀਆਂ ਜਿਹੜੀਆਂ ਇਹਦੇ ਵਿੱਚ ਕਾਊਂਟ ਹੋ ਜਾਂਦੀਆਂ ਜਾਂ ਦਿਖ ਜਾਂਦੀਆਂ ਨੇ। ਸੋ ਇਹਦੇ ਵਿੱਚ ਤੁਸੀਂ ਇੱਕ ਨਾਮ ਲਿਆ ਸਰਵਾਈਕਲ, ਜੋ ਆਮ ਹੁਣ ਦੇਖਣ ਨੂੰ ਮਿਲਦਾ। ਸੋ ਸਰਵਾਈਕਲ ਹੋਣ ਦੇ ਕੀ ਕਾਰਨ ਨੇ? ਜ਼ਿਆਦਾ ਕਰਕੇ ਬੈਠੇ ਸਿਟਿੰਗ ਜੌਬਸ ਹੈ, ਸੈਡੈਂਟਰੀ ਲਾਈਫਸਟਾਈਲ ਹੈ, ਕੁਝ ਬੈਂਕ ਜੌਬਸ ਹੈ, ਕੁਝ ਟੀਚਿੰਗ ਜੌਬਸ ਹੈ, ਜਿਨ੍ਹਾਂ ਦਾ ਲੈਪਟਾਪ ਜਾਂ ਕੰਪਿਊਟਰ ਤੇ ਜ਼ਿਆਦਾ ਕੰਮ ਹੈ, ਸਿਟਿੰਗ ਜ਼ਿਆਦਾ, ਝੁੱਕ ਕੇ ਕੰਮ ਕਰਨ ਵਾਲਾ, ਜ਼ਿਆਦਾ ਦੇਰ ਤੱਕ ਫੋਨ ਦੇਖਣਾ, ਫੋਨ ਬੱਚੇ ਅੱਜ ਕੱਲ੍ਹ ਆਨਲਾਈਨ ਕਲਾਸਿਸ ਜਾਂ ਜੋ ਵੀ ਹੈ, ਕਾਫੀ ਕਾਰਨ ਹੋ ਜਾਂਦੇ ਆ। ਪਰ ਜੇ ਅਸੀਂ ਪ੍ਰੋਪਰ ਐਕਸਰਸਾਈਜ਼ ਡੇਲੀ ਥੋੜਾ ਕਰਦੇ ਹਾਂ ਗਰਦਨ ਦੀ, ਤੇ ਕੁਝ ਖਾਣ ਪੀਣ ਵਿੱਚ ਚੇਂਜਸ ਕਰਦੇ ਹਾਂ, ਕਿਉਂਕਿ ਵਾਏ ਦਾ ਲੈਵਲ ਵਧੇਗਾ ਤੇ ਸਰਵਾਈਕਲ ਜ਼ਿਆਦਾ ਤੰਗ ਕਰਦੀ। ਵਾਏ ਦਾ ਲੈਵਲ ਵਧਾਉਂਦੀਆਂ ਚੀਜ਼ਾਂ ਜਿਵੇਂ ਚਾਵਲ, ਰਾਜਮਾ, ਮਾਂ ਦੀ ਦਾਲ, ਮਟਰ, ਆਲੂ, ਗੋਭੀ, ਕੜੀ, ਲੱਸੀ, ਇਹ ਚੀਜ਼ਾਂ ਦਾ ਥੋੜਾ ਸੇਵਨ ਘੱਟ ਕਰਨਾ ਚਾਹੀਦਾ। ਜੀ ਅੱਛਾ ਡਾਕਟਰ ਸਾਹਿਬ, ਇਹ ਤਾਂ ਤੁਸੀਂ ਦੱਸਿਆ ਕਿ ਇਹਨਾਂ ਚੀਜ਼ਾਂ ਦਾ ਸੇਵਨ ਘੱਟ ਕਰਨਾ ਚਾਹੀਦਾ, ਕਿਵੇਂ ਹੋ ਜਾਂਦਾ ਹੈ ਨਾ? ਸੋ ਇਹਦਾ ਟ੍ਰੀਟਮੈਂਟ ਕੀ ਸਿਰਫ ਐਕਸਰਸਾਈਜ਼ਸ ਹੀ ਹੈ?
ਫਸਟ ਸਟੇਜ ਜੇ ਸਿਰਫ ਦਰਦ ਰਹਿੰਦੀ ਹੈ ਹਲਕੀ ਫੁਲਕੀ ਜਾਂ ਬਾਂਹ 'ਚ ਦਰਦ ਆ ਰਹੀ ਹੈ, ਫਿਰ ਤੇ ਐਕਸਰਸਾਈਜ਼ ਤੇ ਥੋੜੀ ਸਿਕਾਈ, ਤੁਸੀਂ ਗਰਮ ਆਇਲ ਕਰਕੇ ਘਰ ਵੀ ਸਿਕਾਈ ਕਰੋ ਤਾਂ ਠੀਕ ਹੋ ਜਾਂਦਾ। ਜੇ ਜ਼ਿਆਦਾ ਪ੍ਰੋਬਲਮ ਵੱਧਦੀ ਹੈ ਫਿਰ ਅਸੀਂ ਆਯੁਰਵੈਦਿਕ ਪੰਚਕਰਮ ਦੇ ਨਾਲ ਪੋਟਲੀ ਵਾਲੀ ਥੈਰੇਪੀ ਕਰਦੇ ਹਾਂ, ਅੱਧੇ ਘੰਟੇ ਦੀ ਹੁੰਦੀ, ਉਹਦੇ ਨਾਲ ਬਹੁਤ ਅੱਛੀ ਇੰਪਰੂਵਮੈਂਟ ਹੋ ਜਾਂਦੀ ਹੈ। ਤੇ ਜੇ ਜ਼ਿਆਦਾ ਸਮੱਸਿਆ ਆਵੇ, ਚੱਕਰ ਵੀ ਆਉਣ, ਉਲਟੀ ਆਉਣ ਦਾ ਮਨ ਹੋਵੇ ਬਹੁਤ, ਫਿਰ ਥੋੜੀ ਜਿਹੀ ਮੈਡੀਸਨ ਵੀ ਨਾਲ ਖਾਣ ਨੂੰ ਕਈ ਵਾਰ ਦੇਣੀ ਪੈਂਦੀ ਹੈ, ਪਰ ਪ੍ਰੋਬਲਮ ਹੋ ਜਾਂਦੀ ਬਿਲਕੁਲ ਠੀਕ। ਅੱਛਾ ਡਾਕਟਰ ਸਾਹਿਬ, ਤੁਸੀਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਹੱਥ ਪੈਰ ਸੌਣਾ, ਸੋ ਹੱਥ ਪੈਰ ਕਿਉਂ ਜਿਹੜਾ ਹੈ ਜਲਦੀ ਸੌਣ ਲੱਗ ਜਾਂਦੇ ਨੇ? ਕਿਉਂਕਿ ਕਈ ਵਾਰੀ ਅਸੀਂ ਦੇਖਦੇ ਹਾਂ ਜਦੋਂ ਅਸੀਂ ਮਾਮੂਲੀ ਇਦਾਂ ਵੀ ਆਮ ਰੱਖਦੇ ਹਾਂ, 2 ਤੋਂ 3 ਮਿੰਟ ਰੱਖਦੇ ਹਾਂ ਤਾਂ ਪੇਸ਼ੈਂਟ ਦੀ ਬਾਂਹ ਸੋ ਜਾਂਦੀ ਹੈ, ਹੱਥ ਸੋ ਜਾਂਦਾ। ਸੋ ਇਹਦੇ ਕੀ ਕਾਰਨ ਹੋ ਸਕਦੇ ਨੇ? 2-3 ਮੇਨ ਕਾਰਨ ਹੈ। ਕਈ ਵਾਰ ਜਿੱਦਾਂ ਇਦਾਂ ਸੁੱਤੇ ਹੋ ਤੇ ਥੋੜੀ ਦੇਰ ਹੱਥ ਰਹਿ ਗਿਆ ਤੇ ਹੱਥ ਸੁੰਨ ਹੋ ਜਾਂਦਾ, ਜਾਂ ਕਈ ਵਾਰ ਕੋਈ ਪੋਜੀਸ਼ਨ ਹੱਥ ਦੀ ਇਸ ਤਰ੍ਹਾਂ ਦੀ ਹੁੰਦੀ ਹੈ ਇੱਕਦਮ ਹੱਥ ਸੋ ਜਾਂਦਾ। ਕਈ ਵਾਰ ਤੇ ਵਾਤ ਵਧਣ ਨਾਲ ਸੋਏਗਾ, ਵਾਯੂ ਦਾ ਲੈਵਲ ਵੱਧ ਜਾਏਗਾ ਤੇ ਉਹਦੇ ਵਿੱਚ ਉਹੀ ਵਾਯੂ ਵਾਲੇ ਪਰਹੇਜ਼ ਕਰਨੇ ਪੈਣਗੇ, ਚਾਵਲ, ਰਾਜਮਾ, ਮਾਂਹ ਦੀ ਦਾਲ, ਜਿੱਦਾਂ ਸਾਰੇ ਦੱਸੇ ਸੀ। ਕਈ ਵਾਰ B12 ਜਾਂ ਵਿਟਾਮਿਨ ਮਿਨਰਲਸ ਕੁਛ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਬਾਡੀ 'ਚ ਨਰਵਸ ਨੂੰ ਸਪਲਾਈ ਦਿੰਦੇ ਆ, ਨਰਵਸ ਦੀ ਪ੍ਰੋਪਰ ਫੰਕਸ਼ਨਿੰਗ ਕਰਦੇ ਆ, ਉਹਨਾਂ ਦੀ ਕੁਝ ਕਮੀ ਆ ਜਾਂਦੀ ਹੈ। ਫਿਰ ਉਹਦੇ ਲਈ ਕੁਝ ਨਰਵਸ ਦੇ ਵਿਟਾਮਿਨ ਹੁੰਦੇ, ਉਹ ਕਈ ਵਾਰ 15 ਦਿਨ ਲਈ ਦੇਈਦੇ ਆ, ਫਿਰ ਉਹਦੇ ਨਾਲ ਜੋ ਕਮੀ ਪੂਰੀ ਹੋ ਜਾਂਦੀ ਹੈ, ਫਿਰ ਨਮਨੈਸ ਠੀਕ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ, ਮੈਂ ਫਿਰ ਸਰਵਾਈਕਲ ਤੇ ਆਉਣਾ ਚਾਹਾਂਗੀ। ਜਿੱਦਾਂ ਸਰਵਾਈਕਲ ਨਾਲ ਤੁਸੀਂ ਕਿਹਾ ਚੱਕਰ ਆਉਣ ਲੱਗ ਜਾਂਦੇ ਨੇ ਕਈ ਵਾਰੀ, ਹੈ ਨਾ, ਤੇ ਸਰਵਾਈਕਲ ਨਾਲ ਹੋਰ ਕਿਹੜੀਆਂ ਦਿੱਕਤਾਂ ਜਿਹੜੀਆਂ ਨੇ ਉਹ ਪੇਸ਼ੈਂਟ ਨੂੰ ਆ ਸਕਦੀਆਂ ਨੇ, ਤਾਂ ਕਿ ਜਿਹੜਾ ਪੇਸ਼ੈਂਟ ਆ ਉਹ ਪਹਿਲਾਂ ਹੀ ਅਲਰਟ ਹੋ ਜਾਵੇ? ਕਈ ਵਾਰ ਇਗਨੋਰ ਕਰ ਦਿੰਦੇ ਪੇਸ਼ੈਂਟਸ ਪ੍ਰੋਬਲਮ ਨੂੰ। ਸਟਾਰਟਿੰਗ ਇੱਥੋਂ ਹੀ ਹੋਣੀ ਹੈ, ਹਲਕਾ ਜਿਹਾ ਸਟਿਫਨੈਸ ਹੋਏਗੀ, ਅਕੜਾਹਟ ਹੋਏਗੀ, ਬਾਰ-ਬਾਰ ਗਰਦਨ ਇੱਦਾਂ ਰਿਲੈਕਸ ਕਰਨ ਦਾ ਮਨ ਕਰੇਗਾ, ਕੁਝ ਝੁੱਕ ਕੇ ਚੀਜ਼ ਚੱਕਦੇ ਆ ਤੇ ਹਲਕਾ ਜਿਹਾ ਚੱਕਰ ਆਉਣ ਨੂੰ ਮਨ ਕਰੇ, ਫੀਲ ਹੋਏਗਾ। ਫਿਰ ਅਕੜਾਹਟ ਆਉਂਦੀ, ਸਿਰ ਦੇ ਪਿਛਲੇ ਪਾਸੇ ਵੀ ਅਕੜਾਹਟ ਆ ਸਕਦੀ, ਦਰਦ ਆ ਸਕਦੀ ਹੈ, ਕਈ ਵਾਰ ਸਿਰ ਦੇ ਉੱਪਰ ਤੱਕ ਆ ਜਾਂਦੀ ਦਰਦ, ਸ਼ੋਲਡਰ ਵਿੱਚ ਦਰਦ ਆਉਂਦੀ, ਬਾਂਹ 'ਚ ਵੀ ਆ ਜਾਂਦੀ, ਕਈ ਵਾਰ ਆਹ 2 ਉਂਗਲਾਂ ਵੀ ਸੋ ਸਕਦੀਆਂ, ਆਹ ਵਾਲੀ ਵੀ ਛੋਟੀ ਰਿੰਗ ਫਿੰਗਰ ਤੇ ਛੋਟੀ ਫਿੰਗਰ, ਇਹ ਵੀ ਕਈ ਵਾਰ ਨਮਨੈਸ ਆ ਸਕਦੀ ਹੈ। ਪਰ ਜੇ ਸਰਕੂਲੇਸ਼ਨ ਅੱਛੀ ਰਹੇਗੀ, ਤੁਸੀਂ ਗਰਮ ਤੇਲ ਨਾਲ ਥੋੜੀ ਮਸਾਜ ਕਰਾਉਂਦੇ ਰਹੋਗੇ ਇੱਕ ਦਿਨ ਛੱਡ ਕੇ, ਤੇ ਕੁਝ ਐਕਸਰਸਾਈਜ਼ਸ ਹੈ ਇਸ ਤਰ੍ਹਾਂ 10 ਤੱਕ ਕਾਊਂਟ ਕਰਨਾ, ਕੁਝ ਇਸ ਤਰ੍ਹਾਂ ਦੋਨੇ ਸਾਰੇ ਪਾਸੇ ਤੁਸੀਂ ਆਪਣੀ ਗਰਦਨ ਨੂੰ ਸਪੋਰਟ ਦੇਣੀ ਹੈ ਤੇ ਐਕਸਰਸਾਈਜ਼ਸ ਕਰੋਗੇ ਤੇ ਬਾਰ-ਬਾਰ ਪ੍ਰੋਬਲਮ ਨਹੀਂ ਆਏਗੀ। ਅੱਛਾ ਡਾਕਟਰ ਸਾਹਿਬ, ਦਰਦਾਂ ਦੀ ਗੱਲ ਹੋਈ ਆ ਤਾਂ ਮਾਮੂਲੀ ਘਰਾਂ ਦੇ ਵਿੱਚ ਅਸੀਂ ਸੁਣਿਆ ਹੁੰਦਾ ਹੈ ਕਿ ਮੇਰੇ ਗੋਡੇ ਦੁਖਦੇ ਆ, ਮੇਰੇ ਪੈਰ ਦੁਖਦੇ ਆ, ਤੇ ਕਹਿ ਲਓ ਵੀ ਜੁਆਇੰਟਸ ਦਰਦ ਜਿਹੜੀ ਹੈ ਉਹ, ਮੈਂ ਉਹਦੀ ਗੱਲ ਕਰ ਰਹੀ ਹਾਂ। ਸੋ ਜੁਆਇੰਟ ਪੇਨ ਜਿਹੜੀ ਹੈਗੀ ਆ ਉਹ ਮਾਮੂਲੀ ਘਰ ਦੇ ਵਿੱਚ ਬਜ਼ੁਰਗਾਂ ਨੂੰ ਤੋਂ ਸੁਣ ਲਈ ਜਾਂਦੀ ਆ। ਸੋ ਕੀ ਇਹਨਾਂ ਦੇ ਵੀ ਕੀ ਕਾਰਨ ਹੋ ਸਕਦੇ ਨੇ, ਜਾਂ ਸ਼ੁਰੂਆਤੀ ਕੀ ਸਿੰਪਟਮਸ ਹੁੰਦੇ ਨੇ? ਕਿਉਂਕਿ ਬਹੁਤ ਜ਼ਿਆਦਾ ਪੇਨ ਕਈ ਵਾਰੀ ਵੱਧ ਜਾਂਦੀ ਨੇ, ਸੋ ਸ਼ੁਰੂਆਤੀ ਸਿੰਪਟਮਸ ਕੀ ਹੁੰਦੇ ਨੇ ਤੇ ਪੇਨ ਕਿਉਂ ਸ਼ੁਰੂ ਹੋ ਜਾਂਦੀ ਹੈ? ਓਲਡ ਏਜ ਵਿੱਚ ਤੇ ਆਸਟੀਓਆਰਥਰਾਈਟਿਸ, ਹੱਡੀਆਂ ਕਮਜ਼ੋਰ ਹੋਣ ਕਰਕੇ, ਵੀਅਰ ਟੀਅਰ ਬਾਰ-ਬਾਰ ਘਿਸ ਹੋਣ ਕਰਕੇ ਜੁਆਇੰਟਸ ਤੇ ਕਾਰਟਿਲੇਜ ਘਿਸ ਜਾਂਦਾ, ਅੰਦਰ ਸੋਜਿਸ਼, ਇਨਫਲੇਮੇਸ਼ਨ ਹੋ ਜਾਂਦੀ ਹੈ, ਇਸ ਕਰਕੇ ਦਰਦ ਆਉਂਦੀਆਂ। ਪਰ ਯੰਗ ਏਜ ਵਿੱਚ ਵੀ ਕਈ ਵਾਰ ਅਸੀਂ ਦੇਖਦੇ ਹਾਂ 30 ਸਾਲ 35 ਸਾਲ ਏਜ ਹੈ, ਕੋਈ ਜ਼ਿਆਦਾ ਏਜ ਵੀ ਨਹੀਂ ਹੈ, ਫਿਰ ਵੀ ਜੁਆਇੰਟਸ ਦੀ ਜਾਂ ਸਰਵਾਈਕਲ, ਬੈਕ ਪੇਨ, ਇਸ ਤਰ੍ਹਾਂ ਦੀ ਪ੍ਰੋਬਲਮਸ ਖੜੀਆਂ ਹੋ ਜਾਂਦੀਆਂ। ਕਈ ਵਾਰ ਸਾਡਾ ਲਾਈਫ ਸਟਾਈਲ ਸਹੀ ਨਹੀਂ ਹੁੰਦਾ, ਖਾਣ ਪੀਣ ਫਾਸਟ ਫੂਡ ਬਹੁਤ ਖਾ ਲੈਂਦੇ ਆ ਤੇ ਨਿਊਟ੍ਰੀਸ਼ੀਅਸ ਫੂਡ ਘੱਟ ਹੁੰਦਾ ਡਾਈਟ ਵਿੱਚ, ਇਸ ਕਰਕੇ ਵੀ ਕਈ ਵਾਰ ਪੇਨਸ ਵਗੈਰਾ ਜਾਂ ਵਾਯੂ ਦਾ ਲੈਵਲ ਵੱਧ ਜਾਂਦਾ ਬਾਡੀ ਵਿੱਚ, ਟੌਕਸਿਸਿਟੀ ਲੈਵਲ ਵੀ ਵੱਧ ਜਾਂਦਾ ਜੇ ਜ਼ਿਆਦਾ ਤਲਿਆ ਜਾਂ ਫਰਾਈਡ ਖਾਂਦੇ ਆ। ਕਈਆਂ ਦਾ ਭਾਰ ਬਹੁਤ ਜ਼ਿਆਦਾ ਹੋ ਜਾਂਦਾ ਖਾ ਕੇ, ਜਾਂ ਮਿੱਠੀਆਂ ਚੀਜ਼ਾਂ ਜ਼ਿਆਦਾ ਖਾ ਕੇ, ਜਾਂ ਫਰਾਈਡ ਜ਼ਿਆਦਾ ਖਾ ਕੇ, ਉਹਦੇ ਨਾਲ ਵੀ ਜੁਆਇੰਟ ਪੇਨਸ ਜ਼ਿਆਦਾ ਐਗਰਾਵੇਟ ਹੁੰਦੀਆਂ। ਅੱਛਾ ਡਾਕਟਰ ਸਾਹਿਬ, ਬਾਲਾਂ ਦਾ ਝੜਨਾ ਤੁਸੀਂ ਜ਼ਿਕਰ ਕੀਤਾ ਸੀ, ਕਿਉਂਕਿ ਬਾਲਾਂ ਦੇ ਨਾਲ ਸਾਡੀ ਸੁੰਦਰਤਾ ਦੇ ਵਿੱਚ ਓਬਵੀਅਸਲੀ ਵਾਧਾ ਹੁੰਦਾ ਤੇ ਅਸੀਂ ਕੌਨਫੀਡੈਂਟ ਹੁੰਦੇ ਹਾਂ ਜਦੋਂ ਸਾਡੇ ਵਾਲ ਹੁੰਦੇ। ਸੋ ਵਾਲਾਂ ਦੇ ਝੜਨ ਦੀ ਗੱਲ ਕਹੀ ਸੀਗੀ ਤੁਸੀਂ, ਸੋ ਤੁਸੀਂ ਕਿਹਾ ਕਿ ਪਲਸ ਡਾਇਗਨਸ ਦੇ ਵਿੱਚ ਉਹ ਵੀ ਆ ਜਾਂਦਾ ਵਾਲਾਂ ਦਾ ਝੜਨਾ। ਸੋ ਵਾਲਾਂ ਦਾ ਝੜਨ ਕਿਉਂ ਹੁੰਦਾ ਹੈ? ਕੋਈ ਵਿਗ ਲਾਉਂਦਾ ਹੈ, ਕੋਈ ਪਰਮਾਨੈਂਟ ਲਗਵਾਉਂਦਾ ਹੈ, ਸੋ ਹੇਅਰ ਲਾਸ ਦੇ ਕੀ ਕਾਰਨ ਨੇ? ਕਾਰਨ ਮੈਕਸਿਮਮ ਹੇਅਰ ਲਾਸ ਤੇ ਪਿੱਤ ਵਧਣ ਕਰਕੇ ਹੁੰਦਾ। ਪਿੱਤ ਫਾਇਰ ਐਗਰਾਵੇਸ਼ਨ ਹੁੰਦੀ ਹੈ, ਜਿਹੜੇ ਜ਼ਿਆਦਾ ਤਲੀਆਂ ਚੀਜ਼ਾਂ ਖਾਂਦੇ ਆ, ਅਚਾਰ, ਲਾਲ ਮਿਰਚ, ਚਾਹ, ਕੌਫੀ, ਇੱਦਾਂ ਦੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਆ। ਲਿਵਰ, ਪੇਟ ਨਾਲ ਰਿਲੇਟਡ ਪਿੱਤ ਹੁੰਦਾ। ਜਦੋਂ ਪਿੱਤ ਸਰਕੂਲੇਸ਼ਨ ਕਰਕੇ ਸਾਡੇ ਹੇਅਰ ਫੋਲੀਕਲਸ ਨੂੰ ਕਮਜ਼ੋਰ ਕਰਦਾ ਤੇ ਹੇਅਰ ਲਾਸ ਹੋਣਾ ਸ਼ੁਰੂ ਹੋ ਜਾਂਦਾ। ਫਿਰ ਕਈ ਵਾਰ ਬੜੀ ਛੋਟੀ ਏਜ 'ਚ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ, ਪਰ ਉਹਨਾਂ ਨੂੰ ਜੇ ਅਸੀਂ ਖਾਣ ਪੀਣ 'ਚ ਕੁਝ ਡਾਈਟ ਦਾ ਰეკਮੈਂਡ ਕਰਦੇ ਹਾਂ, ਉਹਨਾਂ ਦੀ ਨਬਜ਼ ਚੈੱਕ ਕਰਕੇ ਉਹਨਾਂ ਨੂੰ ਜੋ ਤਸੀਰ ਦੇ ਹਿਸਾਬ ਨਾਲ ਉਹਨਾਂ ਦੀ ਡਾਈਟ ਬਣਾ ਦਿੰਦੇ ਆ, ਉਹ ਪੂਰੀ ਫੋਲੋ ਕਰਨਗੇ ਤੇ ਪ੍ਰੋਟੀਨ ਅੱਛਾ ਲੈਣਗੇ ਡਾਈਟ 'ਚ। ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਸਵਾਦ ਵਾਲੀ ਚੀਜ਼ਾਂ ਜ਼ਿਆਦਾ ਖਾ ਰਹੇ ਆ, ਪਰ ਨਿਊਟ੍ਰੀਸ਼ਨ ਲੈਕਿੰਗ ਹੈ, ਮਤਲਬ ਜੋ ਪ੍ਰੋਟੀਨ ਜਾਂ ਮਿਨਰਲ ਵਿਟਾਮਿਨ ਚਾਹੀਦੇ ਫੂਡ ਵਿੱਚ ਉਹ ਅਵੇਲੇਬਲ ਨਹੀਂ ਹੈ ਜਾਂ ਪੂਰੇ ਨਹੀਂ ਹੋ ਪਾ ਰਹੇ ਡਾਈਟ 'ਚ, ਇਸ ਕਰਕੇ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਕਰਕੇ ਵੀ ਹੇਅਰ ਲਾਸ ਹੋ ਜਾਂਦਾ।
ਅੱਛਾ ਡਾਕਟਰ ਸਾਹਿਬ, ਜਿੱਦਾਂ ਆਪਾਂ ਕਹਿ ਰਹੇ ਕਿ ਬਾਹਰਲਾ ਖਾਣਾ ਫਾਸਟ ਫੂਡ ਜ਼ਿਆਦਾ ਖਾਂਦੇ ਨੇ, ਸੋ ਨਾਰਮਲੀ ਕਿਹਾ ਜਾਂਦਾ ਕਿ ਸਾਡੀ ਸਕਿਨ ਪ੍ਰੋਬਲਮਸ ਜਿਹੜੀਆਂ ਨੇ ਉਹ ਆ ਜਾਂਦੀਆਂ ਨੇ ਜਦੋਂ ਅਸੀਂ ਬਾਹਰਲਾ ਖਾਣਾ ਖਾਂਦੇ ਨੇ। ਸੋ ਇਹ ਕੀ ਸੱਚ ਹੈ, ਜਦੋਂ ਅਸੀਂ ਬਾਹਰਲਾ ਆਇਲੀ ਖਾਂਦੇ ਹਾਂ ਤਾਂ ਸਾਡੀ ਸਕਿਨ ਨੂੰ ਪ੍ਰੋਬਲਮ ਆਉਂਦੀ ਹੈ? ਜੇ ਆਉਂਦੀ ਹੈ ਤਾਂ ਕਿਹੜੀਆਂ ਪ੍ਰੋਬਲਮਸ ਜਿਹੜੀਆਂ ਨੇ ਆਉਂਦੀਆਂ ਨੇ? ਹਾਂਜੀ, ਲੇਡੀਜ਼ ਹੋਣ ਚਾਹੇ ਲੜਕੀਆਂ ਹੋਣ ਚਾਹੇ ਬॉयਜ਼ ਹੋਣ, ਫਾਸਟ ਫੂਡ ਵਗੈਰਾ ਜਾਂ ਕੌਫੀ ਜਾਂ ਚਾਹ ਇੱਦਾਂ ਦੀ ਚੀਜ਼ਾਂ ਜ਼ਿਆਦਾ ਲੈਣ ਨਾਲ ਪਿੰਪਲਸ ਵਗੈਰਾ ਵੀ ਆ ਸਕਦੇ ਆ, ਬਲੈਮਿਸ਼ਿਸ ਛਾਈਆਂ ਵੀ ਆ ਜਾਂਦੀਆਂ। ਫਿਰ ਹੋਰ ਸਕਿਨ ਰਿਲੇਟਡ ਪ੍ਰੋਬਲਮਸ, ਕੁਝ ਐਗਜ਼ੀਮਾ, ਸੋਰਿਆਸਿਸ, ਹੋਰ ਤਰ੍ਹਾਂ ਦੇ ਕਾਫੀ ਤਰ੍ਹਾਂ ਦੇ ਸਕਿਨ ਰੋਗ ਹੈ ਜਿਹੜੇ ਸਾਡੇ ਸਹੀ ਭੋਜਨ ਨਾ ਹੋਣ ਕਰਕੇ ਬੋਡੀ ਦੇ ਵਿੱਚ ਟੌਕਸਿਸਿਟੀ ਆਮ ਦਾ ਲੈਵਲ ਵਧਣ ਕਰਕੇ ਆ ਜਾਂਦੇ ਆ ਜ਼ਿਆਦਾ। ਤੇ ਇਹੀ ਦੇਖਣ ਨੂੰ ਮਿਲਦੇ ਪਿੰਪਲਸ ਯੰਗ ਏਜ ਵਿੱਚ ਬਹੁਤ ਆ ਜਾਂਦੇ ਆ, ਫੇਸ ਤੇ ਵੀ ਆ ਜਾਂਦੇ ਪਿੰਪਲਸ, ਫੋਰਹੈਡ ਤੇ, ਪਿੱਠ ਤੇ, ਮਤਲਬ ਪੂਰੀ ਬੋਡੀ ਤੇ ਵੀ ਕਈ ਵਾਰ ਵੱਧ ਜਾਂਦੇ ਆ। ਜੇ ਜ਼ਿਆਦਾ ਪਿੱਤ ਦਾ ਲੈਵਲ ਵੱਧ ਗਿਆ ਹੋਏ ਤੇ ਬਲੱਡ ਪਿਊਰੀਫਿਕੇਸ਼ਨ ਦੀ ਲੋੜ ਪੈ ਜਾਂਦੀ ਹੈ। ਖੂਨ ਦੀ ਸਫਾਈ ਲਈ ਕੁਝ ਡਾਈਟ ਅਸੀਂ ਗਾਈਡ ਕਰਦੇ ਹਾਂ, ਉਹ ਪੂਰੀ ਫੋਲੋ ਕਰਨੀ ਪੈਂਦੀ ਹੈ। ਤੇ ਪਾਣੀ ਦੀ ਇਨਟੇਕ, ਵਾਟਰ ਇਨਟੇਕ ਕਾਫੀ ਵਧਾਉਣੀ ਹੁੰਦੀ ਹੈ। ਤੇ ਕੁਝ ਹਰਬਲ ਆਯੁਰਵੈਦਿਕ, ਕਈ ਵਾਰ ਥੋੜੀ ਮੈਡੀਸਨ ਦੀ ਹੈਲਪ ਲੈਣੀ ਪੈਂਦੀ ਹੈ। ਤੇ ਨਾਲ ਕਈ ਵਾਰ ਆਯੁਰਵੈਦਿਕ ਪੰਚਕਰਮ ਦੀ ਥੋੜੀ ਹੈਲਪ ਲੈਂਦੇ ਹਾਂ ਤੇ ਪ੍ਰੋਬਲਮ ਬਿਲਕੁਲ ਠੀਕ ਹੋ ਜਾਂਦੀ ਹੈ। ਅੱਛਾ, ਇਹ ਤਾਂ ਸਕਿਨ ਦੇ ਨਾਲ ਰਿਲੇਟਡ ਪ੍ਰੋਬਲਮ ਹੋ ਗਿਆ। ਕਈ ਵਾਰੀ ਅਸੀਂ ਜਦੋਂ ਫਾਸਟ ਫੂਡ ਖਾਂਦੇ ਹਾਂ ਤਾਂ ਸਾਡਾ ਭਾਰ ਵੀ ਵੱਧ ਜਾਂਦਾ ਹੈ, ਭਾਰ ਵੱਧਦਾ ਹੈ ਤੇ ਸਾਨੂੰ ਪ੍ਰੋਬਲਮਸ ਜਿਹੜੀਆਂ ਆਉਣੀਆਂ ਉਹ ਸ਼ੁਰੂ ਹੋ ਜਾਂਦੀਆਂ ਨੇ। ਸੋ ਫਾਸਟ ਫੂਡ ਬਾਰੇ ਗੱਲ ਹੋਈ ਹੈ ਤਾਂ ਭਾਰ ਵੀ ਜਿਹੜਾ ਕਹਿ ਲਓ ਵੀ ਨਾ ਮਾਮੂਲੀ ਵੱਧ ਜਾਂਦਾ ਲੋਕਾਂ ਦਾ। ਸੋ ਭਾਰ ਵਧਣ ਦੇ ਨਾਲ ਕਿਹੜੀਆਂ ਹੋਰ ਦਿੱਕਤਾਂ ਜਿਹੜੀਆਂ ਨੇ ਉਹ ਆਉਂਦੀਆਂ ਨੇ, ਜਿਹੜਾ ਉਹਨਾਂ ਨੂੰ ਡਾਕਟਰ ਕੋਲ ਜਾਣਾ ਪੈ ਸਕਦਾ ਹੈ? ਸਟਾਰਟਿੰਗ ਵਿੱਚ ਓਬੇਸਿਟੀ, ਭਾਰ ਵਧਣ ਨਾਲ ਬਲੱਡ ਸ਼ੂਗਰ ਲੈਵਲ ਵਧਣ ਸਕਦਾ ਹੈ। ਕਈ ਵਾਰ ਹਾਈਪਰਟੈਂਸ਼ਨ, ਬੀਪੀ ਵਧਣ ਦੇ ਚਾਂਸਿਸ ਆ ਜਾਂਦੇ ਆ। ਫਿਰ ਹੋਰ ਲਿਵਰ ਰਿਲੇਟਡ ਪ੍ਰੋਬਲਮਸ, ਇਸ ਤਰ੍ਹਾਂ ਦੀਆਂ ਫੈਟੀ ਲਿਵਰ ਜਾਂ ਪੇਟ ਨਾਲ ਰਿਲੇਟਡ ਪ੍ਰੋਬਲਮਸ, ਅੱਗੇ ਚੱਲ ਕੇ ਪ੍ਰੋਬਲਮਸ ਵੱਧਦੀਆਂ ਜਾਂਦੀਆਂ। ਬੈਟਰ ਹੈ ਅਸੀਂ ਭਾਰ ਆਪਣਾ ਹਾਈਟ ਦੇ ਹਿਸਾਬ ਨਾਲ, ਬੋਡੀ ਮਾਸ ਇੰਡੈਕਸ ਬਿਲਕੁਲ ਮੇਨਟੇਨ ਰੱਖੀਏ। ਇੱਕ ਔਸਤਨ weight ਤੁਹਾਡੀ ਹਾਈਟ ਦੇ ਹਿਸਾਬ ਨਾਲ 25 BMI ਤੱਕ ਠੀਕ ਰਹਿੰਦਾ। ਕਿਸੇ ਦੀ ਹਾਈਟ 6 ਫੁੱਟ ਦੇ ਕਰੀਬ ਹੈ ਤੇ ਉਹਦਾ ਭਾਰ 85-90 ਤੱਕ ਮੈਕਸਿਮਮ ਹੋਣਾ ਚਾਹੀਦਾ। ਪਰ ਕਈ ਵਾਰ ਅਸੀਂ ਦੇਖਦੇ ਹਾਂ ਮਿੱਠਾ ਜ਼ਿਆਦਾ ਖਾਂਦੇ ਹਾਂ, ਅਸੀਂ ਤਲੀਆਂ ਚੀਜ਼ਾਂ ਜ਼ਿਆਦਾ ਖਾਂਦੇ ਹਾਂ, ਜਾਂ ਖਾਣ ਪੀਣ 'ਚ ਕੰਟਰੋਲ ਹੀ ਨਹੀਂ ਹੈਗਾ, ਸਭ ਖਾਈ ਜਾਂਦੇ, ਉਹ ਭਾਰ ਫਿਰ ਵਧੀ ਜਾਣਾ। ਅੱਛਾ, ਸੋ weight ਕੰਟਰੋਲ ਕਰਨ ਦੇ ਲਈ, ਜਿੱਦਾਂ ਹੁਣ ਜੇਕਰ ਗੱਲ ਕਰਾਂ ਤਾਂ ਜਿੱਦਾਂ ਹੁਣ ਭਾਰ ਵਧਣ ਦੇ ਨਾਲ ਡਾਇਬਟੀਜ਼ ਦਾ ਵੀ ਜੋੜ ਹੈਗਾ, ਜਾਂ ਕਿੱਦਾਂ ਕਰਕੇ ਹੋਰ ਪ੍ਰੋਬਲਮਸ ਜਿਹੜੀਆਂ ਜੁੜ ਜਾਂਦੀਆਂ ਨੇ। ਸੋ ਇਹਨੂੰ ਅੰਡਰ ਕੰਟਰੋਲ ਕਰਨ ਦੇ ਲਈ ਕੀ ਕੁਝ ਕਰਨਾ ਪੈਂਦਾ ਇੱਕ ਪੇਸ਼ੈਂਟ ਨੂੰ? ਕੁਝ ਘਰੇਲੂ ਨੁਸਖੇ ਹੁੰਦੇ ਆ, ਬੜੇ ਆਸਾਨ ਤਰੀਕੇ ਨਾਲ ਤੁਸੀਂ ਕੁਝ ਚੀਜ਼ਾਂ ਨੂੰ ਪਹਿਲਾਂ ਹੀ ਕੰਟਰੋਲ ਕਰ ਸਕਦੇ ਹੋ। ਜਿੱਦਾਂ ਜਿਨ੍ਹਾਂ ਦਾ weight ਵਧਣ ਦੀ ਬਹੁਤ ਟੈਂਡੈਂਸੀ ਹੈ, ਇੱਕ ਤਾਂ ਉਹਨਾਂ ਨੂੰ ਕੈਲਰੀ ਇਨਟੇਕ ਬਿਲਕੁਲ ਸਹੀ ਕੰਟਰੋਲ 'ਚ ਰੱਖਣੀ ਪਏਗੀ। ਹਾਈ ਕੈਲਰੀ ਫੂਡ, ਉਹਨਾਂ ਵਿੱਚ ਮਿੱਠਾ ਤਾਂ ਬਿਲਕੁਲ ਛੱਡਣਾ ਪੈਣਾ, ਮਿਲਕ ਪ੍ਰੋਡਕਟਸ ਵੀ ਬੰਦ ਕਰ ਦੇਣ ਤੇ ਚੰਗੀ ਗੱਲ ਹੈ, ਤਲੀਆਂ ਚੀਜ਼ਾਂ ਬਿਲਕੁਲ ਛੱਡ ਦੇਣ। ਇਹ ਕੰਟਰੋਲ ਕਰਕੇ ਅਸੀਂ, ਤੇ ਨਾਲ ਕੁਝ ਹੈਲਪ ਲੈ ਲੈਣੀ, ਕੁਝ ਜਿੱਦਾਂ ਮੇਥੇ ਬੀਜ ਰਾਤ ਨੂੰ ਭਿਗੋਤੇ, ਕੁਝ ਘਰੇਲੂ ਨੁਸਖੇ ਤੁਸੀਂ ਕਰਦੇ ਰਹੋਗੇ, ਕਿਉਂਕਿ ਸਾਡੀ ਕਿਚਨ 'ਚ ਬਹੁਤ ਕੁਝ ਹੈ। ਸਾਨੂੰ ਹਰ ਚੀਜ਼ ਲਈ ਡਾਕਟਰ ਕੋਲ ਕਈ ਵਾਰ ਨਹੀਂ ਜਾਣਾ ਪੈਂਦਾ। ਪਰ ਜੇ ਸਾਡੀ ਹੈਲਪ ਦੀ ਲੋੜ ਲੱਗਦੀ ਹੈ ਤੁਹਾਨੂੰ, ਤੁਸੀਂ ਕਦੀ ਵੀ ਫੋਨ ਕਰ ਸਕਦੇ ਜਾਂ ਮਿਲ ਸਕਦੇ ਹੋ, ਤੁਹਾਨੂੰ ਸਾਰਾ ਗਾਈਡ ਕਰਾਂਗੇ। ਕਿਉਂਕਿ ਵਾਰ ਹਰ ਚੀਜ਼ ਲਈ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ, ਅਸੀਂ ਨਬਜ਼ ਚੈੱਕ ਕਰਕੇ ਡਾਈਟ ਬਣਾ ਕੇ ਹੀ ਤੁਹਾਨੂੰ ਬਿਲਕੁਲ ਠੀਕ ਕਰ ਦਿੰਦੇ ਹਾਂ। ਕਈ ਵਾਰ ਸਾਡੇ ਕੋਲ ਪੇਸ਼ੈਂਟ ਆਉਂਦੇ ਆ, ਅਸੀਂ ਬਿਲਕੁਲ ਲੀਸਟ ਮੈਡੀਸਨ, ਕਈ ਵਾਰ ਬਿਨਾਂ ਦਿੱਤੇ ਹੀ ਮੈਡੀਸਨ ਪੇਸ਼ੈਂਟ ਠੀਕ ਹੋ ਜਾਂਦੇ ਆ। ਜੀ, ਅੱਛਾ ਡਾਕਟਰ ਸਾਹਿਬ, ਇਹ ਤਾਂ ਭਾਰ ਵਧਣ ਵਾਲੀਆਂ ਗੱਲਾਂ ਹੋ ਗਈਆਂ ਨਾ, ਕਿ ਭਾਰ ਵੱਧਦਾ ਆ ਤਾਂ ਪ੍ਰੋਬਲਮਸ ਆਉਂਦੀਆਂ ਨੇ ਤੇ ਕਿੱਦਾਂ ਪ੍ਰੋਬਲਮਸ ਨੂੰ ਜਿਹੜਾ ਹੈ ਟੈਕਲ ਕੀਤਾ ਜਾ ਸਕਦਾ। ਸੋ ਕਈ ਵਾਰ ਕੀ ਹੁੰਦਾ, ਜਿੱਦਾਂ ਹੁਣ ਕਹਿ ਲਓ ਵੀ ਹਾਈਟ ਦੇ ਹਿਸਾਬ ਨਾਲ ਜਿਹੜਾ ਭਾਰ ਆ ਵੱਧ ਹੁੰਦਾ, ਪਰ ਕਈਆਂ ਦਾ ਭਾਰ ਜਿਹੜਾ ਬਿਲਕੁਲ ਨਹੀਂ ਹੁੰਦਾ, ਯਾਨੀ ਕਿ ਉਹ ਬਹੁਤ ਘੱਟ weight ਦੇ ਹੁੰਦੇ ਨੇ। ਸੋ ਇਹ ਵੀ ਪ੍ਰੋਬਲਮ ਕਰ ਦਿੰਦਾ ਹੈ ਸਾਡੇ ਸਰੀਰ ਦੇ ਵਿੱਚ? ਹਾਂਜੀ, ਅੰਡਰਵੇਟ ਕੇਸਿਸ ਵੀ ਬਹੁਤ ਆਉਂਦੇ ਆ। ਉਹੀ BMI, ਬੋਡੀ ਮਾਸ ਇੰਡੈਕਸ 25 ਹੋਣਾ ਚਾਹੀਦਾ, ਪਰ ਕਈ ਵਾਰ ਅਸੀਂ ਦੇਖਦੇ ਹਾਂ ਹਾਈਪਰਥਾਇਰਾਇਡਿਜ਼ਮ, ਕੁਝ ਥਾਇਰਾਇਡ ਦੇ ਇਸ਼ੂਜ਼ ਕਰਕੇ, ਥਾਇਰਾਇਡ ਦੀ ਬਿਮਾਰੀ ਕਰਕੇ ਭਾਰ ਬਹੁਤ ਹੀ ਘੱਟ ਰਹਿ ਜਾਂਦਾ। 35 ਕਿਲੋ ਸਾਡੇ ਕੋਲ ਲੜਕੀਆਂ ਕਈ ਆਉਂਦੀਆਂ, 32 ਕਿਲੋ 35 ਕਿਲੋ ਭਾਰ, ਕੁਝ ਵੀ ਨਹੀਂ ਹੁੰਦਾ। ਫਿਰ ਉਹਨਾਂ ਨੂੰ ਵੀ ਕੁਝ ਡਾਈਟ ਗਾਈਡ ਕਰਦੇ ਹਾਂ ਅਸੀਂ। ਕੁਝ ਆਯੁਰਵੇਦ ਵਿੱਚ ਥਾਇਰਾਇਡ ਨੂੰ ਠੀਕ ਕਰਨ ਵਾਸਤੇ ਕੁਝ ਆਯੁਰਵੈਦਿਕ ਮੈਡੀਸਨ ਦਿੰਦੇ ਹਾਂ, ਤੇ ਕੁਝ ਆਯੁਰਵੈਦਿਕ ਪੰਚਕਰਮ ਜਾਂ ਨਬਜ਼ ਦੇ ਹਿਸਾਬ ਨਾਲ ਕੋਈ ਡਾਈਟ ਰეკਮੈਂਡ ਕਰਦੇ ਹਾਂ, ਤੇ ਹੌਲੀ ਹੌਲੀ ਭਾਰ ਵਧਣ ਲੱਗ ਪੈਂਦਾ। ਹਰ ਹਫਤੇ ਕਿਲੋ, ਅੱਧਾ ਕਿਲੋ ਹੌਲੀ ਹੌਲੀ ਵੱਧਦਾ ਜਾਂਦਾ। ਤੇ ਉਹੀ 35 ਕਿਲੋ ਵਾਲੇ ਹੌਲੀ ਹੌਲੀ 55 ਕਿਲੋ ਤੱਕ, ਜਿੰਨਾ ਉਹਨਾਂ ਦੀ ਹਾਈਟ ਦੇ ਹਿਸਾਬ ਨਾਲ ਸਹੀ ਹੋਣਾ ਚਾਹੀਦਾ, 3 ਜਾਂ 4 ਮਹੀਨੇ 'ਚ, ਜਾਂ ਵੱਧ ਤੋਂ ਵੱਧ 5 ਮਹੀਨੇ ਲੱਗਦੇ ਆ ਜਾਂਦਾ। 20 ਕਿਲੋ ਗੇਨ ਹੋ ਜਾਂਦਾ 5-6 ਮਹੀਨੇ 'ਚ। ਅੱਛਾ ਡਾਕਟਰ ਸਾਹਿਬ, ਪਲਸ ਡਾਇਗਨੋਸ ਦੇ ਨਾਲ, ਜਿੱਦਾਂ ਤੁਸੀਂ ਪਲਸ ਡਾਇਗਨੋਸ ਕਰਦੇ ਹੋ, ਬਿਮਾਰੀਆਂ ਡਾਇਗਨੋਸ ਕਰਦੇ ਹੋ, ਸੋ ਕਿਹੜੀਆਂ ਬਿਮਾਰੀਆਂ ਹੋਰ ਨੇ ਜਿਹੜੀਆਂ ਇਹ ਤੋਂ ਪਤਾ ਲੱਗ ਜਾਂਦੀਆਂ ਨੇ ਸਿਰਫ ਪਲਸ ਮਸ਼ੀਨ ਤੋਂ? ਇੱਕ ਮੈਂ ਤੁਹਾਨੂੰ ਲਿਸਟ ਦਿਖਾ ਦੇਣਾ, ਇਹਦੇ ਵਿੱਚ ਇੱਦਾਂ 10 ਪੇਜਾਂ ਦੀ ਰਿਪੋਰਟ ਬਣਦੀ ਹੈ। ਪਹਿਲੇ ਪੇਜ ਤੇ ਤਸੀਰ ਦੇ ਹਿਸਾਬ ਨਾਲ ਆ ਜਾਂਦਾ ਪਰਸੈਂਟੇਜ, ਵਾਤ ਪਿੱਤ ਕਫ ਦੀ ਸਥਿਤੀ। ਮੇਨ
ਇਹਦੇ ਤੇ ਮੈਟਰ ਕਰਦੀਆਂ ਕਾਫੀ ਚੀਜ਼ਾਂ, ਜਿਨ੍ਹਾਂ ਦਾ ਪਿੱਤ ਵਧਿਆ ਹੁੰਦਾ, ਫਾਇਰ ਰਿਲੇਟਡ ਪ੍ਰੋਬਲਮ ਜਿੱਦਾਂ ਦੱਸਿਆ, ਪਿੰਪਲ, ਬਾਲ ਝੜਨਾ, ਹਾਂਜੀ ਤੇ ਜਿਨ੍ਹਾਂ ਦਾ ਵਾਯੂ ਵਧਿਆ ਉਹਨਾਂ ਨਾਲ ਜੁਆਇੰਟ ਪੇਨ, ਸਰਵਾਈਕਲ ਬੈਕ ਪੇਨ, ਇਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਣ ਦੇ ਚਾਂਸਿਸ ਹੁੰਦੇ। ਫਿਰ ਅੱਗੇ ਹਾਰਟ ਦੀ ਪੂਰੀ ਆਯੁਰਵੇਦ ਦੇ ਹਿਸਾਬ ਨਾਲ ECG ਜਾਂ ਰਿਦਮ ਕਹਿ ਸਕਦੇ ਹੋ, ਉਸ ਤਰ੍ਹਾਂ ਆ ਜਾਂਦੀ ਹੈ। ਇਹਦੇ 'ਚ ਇਹ ਵੀ ਪਤਾ ਲੱਗ ਜਾਂਦਾ ਟੌਕਸਿਸਿਟੀ ਲੈਵਲ ਕੀ ਹੈ, ਆਮ ਹੈ ਜਾਂ ਨਿਰਾਮ ਹੈ ਜਾਂ ਕੀ ਹੈ, ਜੀ ਮਤਲਬ ਜਿਹਨੂੰ ਬਲੋਕੇਜ ਜਾਂ ਸਿੰਪਲ ਲੈਂਗੁਏਜ ਕਹਿ ਸਕਦੇ ਕਿੰਨੀ ਹੈ। ਫਿਰ ਪਿੱਤ ਦੇ ਲੈਵਲ ਦੀ ਪਰਸੈਂਟੇਜ ਵਾਈਜ਼ ਆ ਜਾਂਦੇ, ਪੂਰੇ ਗ੍ਰਾਫ ਆ ਜਾਂਦੇ ਆ। ਹਾਂਜੀ ਫਿਰ ਅੱਗੇ ਇੰਟਰਨਲ ਆਰਗਨਸ ਦੇ ਬਾਰੇ ਜਾਣਕਾਰੀ ਆ ਜਾਂਦੀ ਹੈ। ਫਿਰ ਉਸ ਤੋਂ ਬਾਅਦ ਬ੍ਰੇਨ ਐਕਟੀਵਿਟੀ ਆ ਜਾਂਦੀ ਹੈ ਤੁਹਾਡੇ। ਉਸ ਤੋਂ ਬਾਅਦ ਡਾਈਟ ਬਣ ਜਾਂਦੀ ਹੈ, ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ, ਕਿਹੜੀਆਂ ਖਾਣੀਆਂ, ਉਸ ਬਾਰੇ ਜਾਣਕਾਰੀ ਆ ਜਾਂਦੀ ਹੈ। ਜੀ ਫਿਰ ਉਹ ਵੀ ਡਾਈਟ ਰਿਕਮੈਂਡੇਸ਼ਨ ਵਿੱਚ ਰੈਸਿਪੀਜ਼ ਬਾਰੇ ਆ ਜਾਂਦਾ। ਕੁਝ ਯੋਗਾ ਆਸਨ ਕਿਹੜੇ ਉਹਨਾਂ ਦੀ ਤਸਵੀਰ ਦੇ ਹਿਸਾਬ ਨਾਲ ਸਹੀ ਹੈ, ਕਿਹੜੇ ਯੋਗਾ ਆਸਨ ਨਹੀਂ ਸਹੀ, ਉਹ ਵੀ ਆ ਜਾਂਦੇ ਆ। ਹਾਂਜੀ ਦਿਨਚਰਿਆ ਆ ਜਾਂਦੀ ਹੈ, ਦਿਨ ਕਿੱਦਾਂ ਬਤੀਤ ਕਰਨਾ, ਸਵੇਰੇ ਉੱਠਣ ਤੋਂ ਰਾਤ ਸੌਣ ਦੇ ਵਿੱਚ ਕੀ ਆਯੁਰਵੇਦ ਦੇ ਹਿਸਾਬ ਨਾਲ, ਉਹਨਾਂ ਦੀ ਨਬਜ਼ ਦੇ ਹਿਸਾਬ ਨਾਲ ਜ਼ਰੂਰੀ ਹੈ। ਜੀ ਫਿਰ ਰਿਤੂਚਰਿਆ, ਮੌਸਮ, ਜਿੱਦਾਂ ਹੁਣ ਅੱਜ ਕੱਲ੍ਹ ਬਰਸਾਤ ਤੋਂ ਅਗਲੀ ਸ਼ਰਦ ਰਿਤੂ ਆਯੁਰਵੇਦ ਦੀ ਸ਼ੁਰੂ ਹੋ ਗਈ ਹੈ। ਹਾਂਜੀ ਸ਼ਰਦ ਰਿਤੂ ਵਿੱਚ ਕੀ ਖਾਣ ਪੀਣ ਦਾ ਖਿਆਲ ਹੋਣਾ ਚਾਹੀਦਾ, ਤਾਂ ਕਿ ਇਸ ਰਿਤੂ ਵਿੱਚ ਜਿਹੜੇ ਰੋਗ ਆ ਸਕਦੇ ਆ ਉਹਦੇ ਬਾਰੇ ਪਹਿਲਾਂ ਹੀ ਅਲਰਟ ਹੋ ਜਾਓ। ਜਿੱਦਾਂ ਐਗਜ਼ਾਮਪਲ, ਜਿਨ੍ਹਾਂ ਦਾ ਵਾਯੂ ਵਧਿਆ, ਹੁਣ ਸ਼ਰਦ ਰਿਤੂ ਵਿੱਚ ਦਰਦ ਆਉਣ ਵਾਲੀ ਕੰਡੀਸ਼ਨ ਆ ਸਕਦੀ। ਜਿਨ੍ਹਾਂ ਦੀ ਉਮਰ ਮੰਨ ਲਓ 60 ਦੇ ਕਰੀਬ ਹੈ ਤੇ ਵਾਯੂ ਵੀ ਵਧਿਆ ਉਹਨਾਂ ਦਾ, ਤਾਂ ਉਹਨਾਂ ਨੂੰ ਪਹਿਲਾਂ ਹੀ ਆਪਣੀ ਡਾਈਟ ਵਿੱਚ ਵਾਯੂ ਵਧਾਉਣ ਵਾਲੀ ਚੀਜ਼ਾਂ ਨੂੰ ਘਟਾ ਦੇਣਾ ਚਾਹੀਦਾ, ਤਾਂ ਕਿ ਆਉਣ ਵਾਲੇ ਟਾਈਮ 'ਚ ਦਰਦਾਂ ਦੀ ਕੰਡੀਸ਼ਨ ਪੈਦਾ ਹੀ ਨਾ ਹੋਵੇ। ਜੀ ਜੀ ਸੋ ਡਾਕਟਰ ਸਾਹਿਬ, ਮੌਸਮ ਦੇ ਹਿਸਾਬ ਦੇ ਨਾਲ ਵੀ ਇਹਦੇ ਵਿੱਚ ਆ ਜਾਂਦਾ ਹੈ ਨਾ ਕਿ ਕਿਹੋ ਜਿਹੇ ਮੌਸਮ ਦੇ ਹਿਸਾਬ ਨਾਲ ਸਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਹੁਣ ਮੌਸਮ ਚੇਂਜ ਹੋਏਗਾ, ਹੁਣ ਹਾਲ ਹੀ ਦੇ ਵਿੱਚ ਥੋੜਾ ਮੌਸਮ ਚੇਂਜ ਹੁੰਦਾ ਤਾਂ ਬੰਦਾ ਨਾਰਮਲੀ ਬਿਮਾਰ ਹੋ ਜਾਂਦਾ। ਸੋ ਕਿਹੜੀਆਂ ਚੀਜ਼ਾਂ ਖਾਸ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ? ਸਰਦੀ ਦਾ ਮੌਸਮ ਸ਼ੁਰੂ ਹੋਣ ਵੇਲੇ ਇਮਿਊਨ ਸਿਸਟਮ ਦਾ ਅੱਛਾ ਰਹਿਣਾ ਜ਼ਰੂਰੀ ਹੈ। ਉਹਦੇ ਵਿੱਚ ਤੁਸੀਂ ਸ਼ਹਿਦ ਲੈ ਸਕਦੇ ਹੋ, ਥੋੜ੍ਹਾ ਗ੍ਰੀਨ ਟੀਜ਼ ਵਗੈਰਾ, ਜਾਂ ਇਸ ਤਰ੍ਹਾਂ ਦੀ ਕੁਝ ਚੀਜ਼ਾਂ ਰੱਖੋ ਜਿੰਨਾ ਚੈਸਟ ਕੰਜੈਸ਼ਨ ਵਗੈਰਾ ਆਵੇ ਹੀ ਨਾ। ਕੁਝ ਗਾਰਗਲਸ ਤੁਸੀਂ ਕਰਦੇ ਰਹੋ ਤਾਂ ਕਿ ਗਲਾ ਵੀ ਠੀਕ ਰਵੇ। ਜਿਨ੍ਹਾਂ ਨੂੰ ਕੁਝ ਦਰਦਾਂ ਵਾਲੀ ਕੰਡੀਸ਼ਨ ਆਉਂਦੀ ਹੈ ਉਹਨਾਂ ਲਈ ਤਿਲ ਦਾ ਤੇਲ ਬੈਸਟ ਹੈ। ਇਸ ਮੌਸਮ ਵਿੱਚ ਤਿਲਾਂ ਦੇ ਤੇਲ ਨੂੰ ਗਰਮ ਕਰ ਲੈਣਾ, ਉਹਦੀ ਮਸਾਜ ਹਫ਼ਤੇ 'ਚ 2 ਵਾਰ ਜ਼ਰੂਰ ਕਰ ਲੈਣੀ। ਆਪ ਕਰ ਲਓ ਜਾਂ ਕਿਸੇ ਤੋਂ ਥੋੜ੍ਹਾ ਕਰਾ ਲਓ। ਜਿਨ੍ਹਾਂ ਨੂੰ ਗੋਡਿਆਂ ਜਾਂ ਸ਼ੋਲਡਰ ਦੀ ਜਾਂ ਨੀਜ਼ ਦੀ, ਗੋਡਿਆਂ ਦੀ, ਕਮਰ ਦੀ ਕੋਈ ਦਰਦ ਹੈ, ਉਹਨਾਂ ਨੂੰ ਮਸਾਜ ਕਰ ਲੈਣੀ ਚਾਹੀਦੀ ਹੈ। ਜਿਨ੍ਹਾਂ ਦੇ ਤੁਸੀਂ ਦੇਖਿਆ ਹੋਣਾ ਪੌੜੀਆਂ ਚੜ੍ਹਦੇ ਆਵਾਜ਼ ਆਉਂਦੀ ਗੋਡਿਆਂ ਤੋਂ ਕਰ ਦੀ, ਉਹ ਵੀ ਆਪਣੀ ਡਾਈਟ ਵਿੱਚ ਗਾਂ ਦਾ ਦੇਸੀ ਘਿਓ 1 ਚਮਚ ਜ਼ਰੂਰ ਰੱਖਣ ਡੇਲੀ, ਤੇ ਮਸਾਜ ਜ਼ਰੂਰ ਕਰਨ ਤਿਲਾਂ ਦੇ ਤੇਲ ਦੀ। ਉਹਦੇ ਨਾਲ ਕਾਫੀ ਇੰਪਰੂਵਮੈਂਟ ਲੱਗੇਗੀ। ਅੱਛਾ ਡਾਕਟਰ ਸਾਹਿਬ, ਬੈਕ ਪੇਨ ਬਾਰੇ ਵੀ ਆ ਜਾਂਦੇ, ਬਹੁਤ ਸਾਰੀਆਂ ਪੇਨਸ ਦੇ ਬਾਰੇ ਗੱਲ ਕਰ ਲਈ, ਪਰ ਬੈਕ ਪੇਨ ਵੀ ਨਾਰਮਲੀ ਜਿਹੜਾ ਹੈ ਉਹ ਸ਼ੁਰੂ ਹੋ ਜਾਂਦਾ ਹੈ ਨਾ। ਸੋ ਬੈਕ ਪੇਨ ਦੇ ਵੀ ਕੀ ਕਾਰਨ ਹੋ ਸਕਦੇ ਨੇ? ਕਿਉਂਕਿ ਕਈ ਕਹਿੰਦੇ ਨੇ ਕਿ ਤੁਸੀਂ ਸਹੀ ਪੋਸਚਰ 'ਚ ਨਹੀਂ ਬਹਿੰਦੇ ਹੋ ਤਾਂ ਬੈਕ ਪੇਨ ਸ਼ੁਰੂ ਹੋ ਜਾਂਦੀ ਹੈ। ਹਾਂਜੀ, ਕਈ ਵਾਰ ਸਿਟਿੰਗ ਪੋਸਚਰ ਸਹੀ ਨਹੀਂ ਹੁੰਦਾ, ਕੋਈ ਝੁੱਕ ਕੇ ਕੰਮ ਕਰਦੇ ਆ ਜਾਂ ਉਹਨਾਂ ਦੇ ਲੈਪਟਾਪ 'ਤੇ ਜਾਂ ਕੁਝ ਸਟੱਡੀਜ਼ ਦੀ ਜ਼ਰੂਰਤ ਜ਼ਿਆਦਾ ਰਹਿੰਦੀ ਹੈ, ਇਸ ਕਰਕੇ ਵੀ ਹੋ ਜਾਂਦੇ ਬੈਕ ਪੇਨ। ਕੁਝ ਭਾਰੀ ਚੀਜ਼ ਚੱਕੀ ਹੈ, ਜਾਂ ਵੈਸੇ ਕਈ ਵਾਰ ਲੇਡੀਜ਼ ਵਿੱਚ ਕੈਲਸ਼ੀਅਮ ਕੰਪੋਨੈਂਟ ਜਾਂ ਬੋਨ ਮਿਨਰਲ ਡੈਂਸਿਟੀ ਜਿੰਨੀ ਹੋਣੀ ਚਾਹੀਦੀ, ਕਈ ਵਾਰ ਲੈਕਿੰਗ ਹੁੰਦੀ ਜਾਂ ਨਿਊਟਰੀਐਂਟਸ ਪੂਰੇ ਨਹੀਂ ਹੁੰਦੇ ਬੋਡੀ 'ਚ, ਇਸ ਕਰਕੇ ਵੀ ਜਲਦੀ ਬੈਕ ਪੇਨ ਆਉਣ ਦੇ ਚਾਂਸਿਸ ਹੁੰਦੇ। ਜਿਹੜੀ ਮਸਕੂਲਰ ਬੈਕ ਪੇਨ ਹੈ ਉਹ ਤੇ ਜ਼ਿਆਦਾ ਨਹੀਂ ਤੰਗ ਕਰਦੀ, ਪਰ ਕਈ ਵਾਰ ਤੁਸੀਂ ਸੁਣਿਆ ਹੋਣਾ ਡਿਸਕ ਦੱਬੀ ਗਈ ਜਾਂ ਡਿਸਕ ਹਿੱਲ ਗਈ, ਜਾਂ ਉਹ ਬਹੁਤ ਤੰਗ ਕਰਦੀ ਪੇਸ਼ੈਂਟ ਨੂੰ। ਸ਼ੈਟਿਕਾ ਪੇਨ ਆ ਜਾਂਦੀ ਹੈ, ਉਹ 'ਚ ਲੰਬਰ L4 L5 ਬਣ ਕੇ ਜਾਂ L5S1 ਬਣ ਕੇ, ਉਹਦੇ ਵਿੱਚ ਜਦੋਂ ਨਰਵ ਪ੍ਰੈਸ ਹੁੰਦੀ ਨਾ, ਉਹ ਨਰਵ ਲੱਤ ਵਿੱਚ ਜਾਏਗੀ, ਜਿੱਥੇ ਉੱਥੇ ਦਰਦ ਕਰੇਗੀ, ਪੈਰ ਵੀ ਸੁੰਨ ਹੋ ਜਾਂਦੇ ਆ। ਡਾਕਟਰਸ ਕਹਿਣਗੇ ਜੀ ਮਣਕੇ ਨਵੇਂ ਪੈਣਗੇ ਜਾਂ ਆਪਰੇਸ਼ਨ ਰੀੜ੍ਹ ਦੀ ਹੱਡੀ ਦਾ ਕਰਾਉਣਾ ਪਏਗਾ, ਪਰ ਬੜਾ ਰਿਸਕੀ ਆਪਰੇਸ਼ਨ ਵੀ ਹੁੰਦਾ। ਕਈ ਵਾਰ ਪੇਸ਼ੈਂਟ ਵੀ ਡਰਦੇ ਆ, ਜਦੋਂ ਕਿਸੇ ਤੋਂ ਸਲਾਹ ਲਓ ਉਹ ਵੀ ਕਹਿਣਗੇ ਜੀ ਆਪਰੇਸ਼ਨ ਰੀੜ੍ਹ ਦੀ ਹੱਡੀ ਦਾ ਥੋੜ੍ਹਾ ਮੁਸ਼ਕਿਲ ਹੁੰਦਾ। ਨੋ ਡਾਊਟ ਕੁਝ ਅੱਜ ਕੱਲ੍ਹ ਨਿਊ ਟੈਕਨੀਕਸ ਆਈਆਂ ਆਪਰੇਸ਼ਨ ਦੀਆਂ, ਪਰ ਬੈਟਰ ਹੈ ਕੁਝ ਅਸੀਂ ਆਪਣੀ ਡਾਈਟ ਨਾਲ, ਆਪਣੀ ਕੁਝ ਪਰਹੇਜ਼ ਦੇ ਨਾਲ, ਆਪਣਾ ਜੇ ਭਾਰ ਜ਼ਿਆਦਾ ਤੇ ਭਾਰ ਘਟਾ ਕੇ, ਤੇ ਆਪਣੀ ਡਾਈਟ 'ਚ ਹੀ ਕੁਝ ਇੱਦਾਂ ਦੀ ਰਿਕਮੈਂਡੇਸ਼ਨ ਅਸੀਂ ਤੁਹਾਨੂੰ ਨਬਜ਼ ਦੇ ਕੇ ਦੱਸ ਦੇਵਾਂਗੇ, ਜਿਹਦੇ ਨਾਲ ਵਾਯੂ ਦਾ ਲੈਵਲ ਠੀਕ ਆ ਜਾਏਗਾ, ਭਾਰ ਘਟ ਜਾਏਗਾ, ਉਹੀ ਥੋੜੀ ਨਰਵ ਜਿਹੜੀ ਪ੍ਰੈਸ ਹੁੰਦੀ ਪਈ ਹੈ ਉਹ ਫਿਰ ਰਿਲੀਜ਼ ਹੋ ਜਾਂਦੀ ਹੈ, ਤੇ ਫਿਰ ਡਿਸਕ ਰਿਪੇਅਰ ਵੀ ਹੋ ਜਾਂਦੀ ਹੌਲੀ ਹੌਲੀ, ਤੇ ਕਾਫੀ ਆਰਾਮ ਆ ਜਾਂਦਾ ਹੈ। ਡਾਕਟਰ ਸਾਹਿਬ, ਸਰਜਰੀ ਕਈ ਰਿਕਮੈਂਡ ਕਰਦੇ ਨੇ, ਪਰ ਕੀ ਤੁਸੀਂ ਲਾਈਕ ਜਿੱਦਾਂ ਹੁਣ ਕਹਿ ਦੋ ਵੀ ਆਯੁਰਵੈਦਿਕ ਡਾਕਟਰ ਹੋ, ਹਨਾ, ਸੋ ਕੀ ਆਯੁਰਵੇਦ ਦੇ ਨਾਲ ਜਿਹੜਾ ਹੈ ਸਰਜਰੀ ਤੋਂ ਬਚਿਆ ਜਾ ਸਕਦਾ ਹੈ? ਹਾਂਜੀ, ਕਾਫੀ ਕੇਸਿਸ ਹੈ ਜਿਹਦੇ ਵਿੱਚ ਸਰਜਰੀ ਦੀ ਜ਼ਰੂਰਤ ਨਹੀਂ ਪੈਂਦੀ। ਸਾਡੇ ਕੋਲ ਬਹੁਤ ਪੇਸ਼ੈਂਟ ਹੈ ਜਿਨ੍ਹਾਂ ਨੂੰ 5 ਸਾਲ ਪਹਿਲਾਂ ਕਿਹਾ ਸੀ ਗੋਡੇ ਪਾਉਣੇ ਪੈਣਗੇ ਨਹੀਂ ਤਾਂ ਚੱਲ ਨਹੀਂ ਹੋਣਾ, ਪਰ ਪੇਸ਼ੈਂਟ ਬੜੇ ਵਧੀਆ ਤੁਰੇ ਫਿਰਦੇ ਆ। ਕਈਆਂ ਨੂੰ ਪੇਸ਼ੈਂਟਸ ਨੂੰ ਕਿਹਾ ਸੀ ਰੀੜ੍ਹ ਦੀ ਹੱਡੀ ਦਾ ਆਪਰੇਸ਼ਨ ਹੋਣਾ ਨਹੀਂ ਤਾਂ ਤੁਸੀਂ ਮੰਜੇ 'ਤੇ ਰਹਿ ਜਾਣਾ, ਉਹ ਵੀ ਬੜੇ ਵਧੀਆ ਤੁਰੇ ਫਿਰਦੇ ਪੇਸ਼ੈਂਟ। ਬਸ ਇਹ ਕੁਝ ਪੇਸ਼ੈਂਟਸ ਨੂੰ ਡਾਈਟ ਫੋਲੋ ਕਰਨੀ ਪੈਂਦੀ ਹੈ। ਹਾਂ, ਕੁਝ ਕੇਸਿਸ ਵਿੱਚ ਅਸੀਂ ਭੇਜ ਦਿੱਤਾ ਸਰਜਨ ਕੋ, ਜਿਸ 'ਚ ਸਾਨੂੰ ਲੱਗਦਾ ਸਾਡੇ ਬਸ ਨਹੀਂ ਹੈ ਜਾਂ ਕੁਝ ਚੀਜ਼ ਠੀਕ ਨਹੀਂ ਹੋ ਸਕਦੀ। ਹੁਣ ਹਰਨੀਆ ਕੇਸਿਸ ਹੋਏ ਜਾਂ ਕੁਝ ਕੇਸਿਸ ਹੈ, ਅਸੀਂ ਗਲਤ ਗਾਈਡ ਨਹੀਂ ਕਰਨਾ ਬਿਲਕੁਲ ਵੀ। ਅਸੀਂ ਜਦੋਂ ਸਾਨੂੰ ਲੱਗਾ ਸਾਡੇ ਬਸ ਨਹੀਂ ਹੈ ਜਾਂ ਆਯੁਰਵੇਦ 'ਚ ਨਹੀਂ ਹੱਲ ਹੋ ਸਕਦਾ, ਮਾਡਰਨ ਸਾਇੰਸ ਪਰਫੈਕਟ ਹੈ ਕੁਝ ਚੀਜ਼ਾਂ ਲਈ, ਤੇ ਇਨਫੈਕਟ
ਕੁਝ ਪੇਨਸ ਹੈ, ਕੁਝ ਇਦਾਂ ਦੀਆਂ ਚੀਜ਼ ਕੰਡੀਸ਼ਨਸ ਹੈ, ਸਾਨੂੰ ਉਹਨਾਂ ਦੀ ਹੈਲਪ ਲੈਣੀ ਪੈਂਦੀ ਹੈ। ਸਾਡੇ ਕੁਝ ਫਰੈਂਡਸ ਹੈ, ਕੁਝ ਡਾਕਟਰ ਬਹੁਤ ਐਕਸਪਰਟ ਹੈ ਤੇ ਉਹ ਬਹੁਤ ਅੱਛਾ ਗਾਈਡ ਕਰਦੇ ਸਾਨੂੰ। ਅੱਛਾ ਡਾਕਟਰ ਸਾਹਿਬ, ਇੱਕ ਸਵਾਲ ਹੋਰ, ਜਿੱਦਾਂ ਹੁਣ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਪਲਸ ਡਾਇਗਨੋਸ ਮਸ਼ੀਨ ਹੈ ਉਹਦੇ ਤੋਂ ਤੁਸੀਂ ਚੈੱਕ ਤਾਂ ਕਰ ਲੈਂਦੇ ਹੋ, ਸੋ ਪੇਸ਼ੈਂਟ ਨੂੰ ਆਪਣਾ ਧਿਆਨ ਜਾਂ ਫਿਰ ਆਮ ਲੋਕਾਂ ਨੂੰ ਆਪਣਾ ਧਿਆਨ ਕਿਵੇਂ ਰੱਖਣਾ ਚਾਹੀਦਾ ਕਿ ਉਹ ਆਪਦੇ ਆਪ ਨੂੰ ਤੰਦਰੁਸਤ ਰੱਖਣ ਤੇ ਉਹਨਾਂ ਨੂੰ ਪੇਨਸ ਦੀ ਪ੍ਰੋਬਲਮ ਨਾ ਆਵੇ ਤੇ ਉਹ ਸਿਹਤਮੰਦ ਰਹਿਣ? ਸਿੰਪਲ ਥੋੜ੍ਹੀਆਂ ਚੀਜ਼ਾਂ ਦਾ ਖਿਆਲ ਰੱਖਣਾ। ਇੱਕ ਤੇ ਅੱਧਾ ਘੰਟਾ ਆਪਣੇ ਲਈ ਜ਼ਰੂਰ ਕੱਢਣਾ ਐਕਸਰਸਾਈਜ਼ ਦਾ, ਉਹ ਚਾਹੇ 15 ਮਿੰਟ ਸਵੇਰੇ 15 ਮਿੰਟ ਸ਼ਾਮ ਹੋਣ, ਜਾਂ ਅੱਧਾ ਘੰਟਾ ਸਵੇਰ ਜਾਂ ਅੱਧਾ ਘੰਟਾ ਸ਼ਾਮ। ਐਕਸਰਸਾਈਜ਼ ਵਿੱਚ ਬ੍ਰਿਸ ਵਾਕ ਜਾਂ ਸੈਰ ਜਾਂ ਯੋਗਾ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਜਿਹ 'ਚ ਪਸੀਨਾ ਆਵੇ, ਥੋੜੀ ਦਿਲ ਦੀ ਧੜਕਨ ਤੇਜ਼ ਹੋਵੇ, ਇਸ ਤਰ੍ਹਾਂ ਦੀ ਐਕਸਰਸਾਈਜ਼ ਜ਼ਰੂਰ ਕਰਨੀ। ਥੋੜੀ ਧੁੱਪ ਵਿੱਚ ਜ਼ਰੂਰ ਜਾਣਾ ਚਾਹੀਦਾ, ਬਹੁਤ ਤੇਜ਼ ਧੁੱਪ 'ਚ ਨਾ ਜਾਓ, ਚਾਹੇ ਸਵੇਰ ਜਾਂ ਸ਼ਾਮ ਦੀ ਜਿਹੜੀ ਹਲਕੀ ਗੁਣਗੁਣੀ ਧੁੱਪ ਹੈ ਉਹਦੇ ਵਿੱਚ ਜ਼ਰੂਰ ਥੋੜੀ ਦੇਰ ਟਹਿਲੋ ਜਾਂ ਸੈਰ ਕਰੋ ਜਾਂ ਯੋਗਾ ਕਰੋ ਜਾਂ ਇਸ ਤਰ੍ਹਾਂ। ਵਾਟਰ ਇਨਟੇਕ, ਪਾਣੀ ਖੁੱਲਾ ਪੀਓ, ਕਾਫੀ ਪੀਓ, ਘੱਟੋ ਘੱਟ 3 ਲੀਟਰ ਮਿਨੀਮਮ ਤੇ ਮੈਕਸਿਮਮ 4 ਲੀਟਰ ਤੱਕ ਜ਼ਰੂਰ ਹੋਵੇ। ਗ੍ਰੀਨ ਵੈਜੀਟੇਬਲ ਜ਼ਿਆਦਾ, ਜਿੰਨਾ ਹੋ ਸਕੇ ਪੈਕਡ ਫੂਡਾਂ ਤੋਂ ਬਚਣਾ। ਪੈਕਡ ਵਿੱਚ चिप्स भुजिए ये वो जो बिस्किट्स, जिन्ना हो सके पैक्ड या मैन्युफैक्चर्ड फैक्ट्री फूड तो बचना। सी नैचुरल फूड जो भगवान ने साडे लिए बनाया है, जिहदे विच फल फ्रूट सारे आंदे, वो जरूर लो। जिन्ना हो सके ऑर्गेनिक लो तो बहुत ही अच्छा, जे आप बीज लो तो ਉਹਦੇ ਵਰਗੀ ਤੇ ਕੋਈ ਰੀਸ ਹੀ ਨਹੀਂ ਹੈ। ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਡਾਕਟਰ ਅਭਿਨਵ ਮਹਿਤਾ ਹੁਣੀ ਸਾਂਝੀ ਕੀਤੀ। ਬਹੁਤ ਬਹੁਤ ਸ਼ੁਕਰੀਆ ਇੰਨੀ ਸੋਹਣੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ। ਥੈਂਕ ਯੂ ਮੈਮ, ਥੈਂਕ ਯੂ ਵੀਅਰਸ, ਬਹੁਤ ਬਹੁਤ ਸ਼ੁਕਰੀਆ ਜੀ। ਜੀ, ਤਾਂ ਤੁਸੀਂ ਜਾਣਿਆ ਕਿ ਤੁਸੀਂ ਆਪ ਦਾ ਧਿਆਨ ਕਿਵੇਂ ਰੱਖ ਸਕਦੇ ਹੋ, ਕਿਵੇਂ ਤੁਹਾਨੂੰ ਜੁਆਇੰਟ ਪੇਨਸ ਸ਼ੁਰੂ ਹੁੰਦੀਆਂ ਨੇ, ਕਿਵੇਂ ਦਰਦਾਂ ਜਾਂ ਹੋਰ ਪੀੜਾਂ ਜਿਹੜੀਆਂ ਉਹ ਸ਼ੁਰੂ ਹੁੰਦੀਆਂ ਨੇ, ਔਰ ਉਹਨਾਂ ਤੇ ਕੀ ਸਿੰਪਟਮਸ ਹੁੰਦੇ ਨੇ, ਕਿਵੇਂ ਬਚਿਆ ਜਾ ਸਕਦਾ, ਔਰ ਕਿਵੇਂ ਨਬਜ਼ ਤੋਂ ਤੁਹਾਡੀ ਬਿਮਾਰੀ ਪਛਾਣੀ ਜਾ ਸਕਦੀ ਹੈ। ਸੋ ਅੱਜ ਦੇ ਲਈ ਇੰਨਾ ਹੀ, ਹੁਣ ਇਜਾਜ਼ਤ ਲਵਾਂਗੇ। ਕੈਮਰਾਮੈਨ ਰਵਿੰਦਰ ਦੇ ਨਾਲ ਮੈਂ ਅਮਨਦੀਪ, TV ਪੰਜਾਬ।